ਵਾਹ ਬੇਟਾ ਦੀ ਰੂਪਾ ਨਾਮ ਤੇ ਆਮੈਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਫਿਰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਉਸ ਦਾ ਧੰਨਵਾਦ ਕਰੀਏ, ਉਸ ਦੀ ਮਿਹਨਤ ਦੀ ਵਡਿਆਈ ਕਰੀਏ, ਉਸ ਦੇ ਵਚਨ ਪੜ੍ਹ ਕੇ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰੀਏ। ਪ੍ਰਭੂ ਦੇ ਪਵਿੱਤਰ ਚਰਨ ਜਾਣ ਕੇ ਦੁਆ ਕਰਦੇ ਹਾਂ ਕਿ ਪ੍ਰਭੂ ਯਿਸੂ ਆਪਦੇ ਪਵਿੱਤਰ ਆਤਮਾ ਰਾਹੀਂ ਸਾਡੀ ਅਗਵਾਈ ਕਰੇ, ਪਵਿੱਤਰ ਆਤਮਾ ਦੀ ਸ਼ਕਤੀ ਦੇਵੇ, ਅਕਲ ਬੁੱਧੀ ਗਿਆਨ ਬਖਸ਼ੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ, ਸਮਝ ਸਕੀਏ। ਮੇਰੇ ਭੈਣ ਭਰਾਓ, ਅੱਜ ਅਸੀਂ ਪਵਿੱਤਰ ਬਾਈਬਲ 'ਚੋਂ ਪੁਰਾਣਾ ਐਤਨਾਮਾ ਦੂਸਰਾ ਮੁਕਾਬੀਆਂ ਦਾ ਗ੍ਰੰਥ ਚੈਪਟਰ 6 18 ਤੋਂ 31 ਐਤਾਂ ਪੜ੍ਹਾਂਗੇ। Second letter of Maccabees, chapter 6, verses 18 till 31. दूसरा मुकाबियों का ग्रंथ चैप्टर 6 18 ਤੋਂ 31 ਐਤਾਂ। I will make a good death eagerly and generously for the holy ways. ਇਲਿਆਜ਼ਰ ਦੀ ਸ਼ਹੀਦੀ। ਇਲਿਆਜ਼ਰ ਉੱਚ ਦਰਜੇ ਦੇ ਧਰਮ ਗ੍ਰੰਥੀਆਂ ਵਿੱਚੋਂ ਇੱਕ ਸੀ। ਉਹ ਬੁੱਢਾ ਹੋ ਗਿਆ ਸੀ ਅਤੇ ਉਸ ਦਾ ਤੌਰ ਤਰੀਕਾ ਪ੍ਰਭਾਵਸ਼ਾਲੀ ਸੀ। ਉਸ ਨੂੰ ਆਪਣਾ ਮੂੰਹ ਖੋਲ੍ਹ ਕੇ ਸੂਰ ਦਾ ਮਾਸ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਪਰ ਉਸਨੇ ਕਲੰਕ ਭਰੇ ਜੀਵਨ ਦੇ ਬਦਲੇ ਸਨਮਾਨਿਤ ਮੌਤ ਨੂੰ ਚੁਣਿਆ। ਉਹ ਸੂਰ ਦਾ ਮਾਸ ਉਗਲਸ਼ਦੇ ਹੋਏ ਆਪਣੇ ਹੀ ਇੱਛਾ ਨਾਲ ਉਸ ਥਾਂ ਵੱਲ ਅੱਗੇ ਵਧਿਆ ਜਿੱਥੇ ਸਜ਼ਾ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਜੀਵਨ ਦਾ ਮੋਹ ਛੱਡ ਕੇ ਵਰਜਿਤ ਭੋਜਨ ਇਨਕਾਰ ਕਰਨ ਦਾ ਹੌਸਲਾ ਹੈ। ਜੋ ਲੋਕ ਉਸ ਗੈਰ ਕਾਨੂੰਨੀ ਭੋਜਨ ਦੀ ਜ਼ਿੰਮੇਵਾਰੀ ਸੰਭਾਲਦੇ ਸਨ, ਉਹ ਲੰਬੇ ਸਮੇਂ ਤੋਂ ਇਲਿਆਜ਼ਰ ਦੇ ਵਾਕਫ ਸਨ। ਇਸ ਲਈ ਇਹਨਾਂ ਨੇ ਉਸ ਨੂੰ ਇਕੱਲਿਆਂ ਲਿਜਾ ਕੇ ਉਸ ਨੂੰ ਬੇਨਤੀ ਕੀਤੀ ਕਿ ਉਹ ਅਜਿਹਾ ਮਾਸ ਲੈ ਆਵੇ ਜੋ ਉਸ ਦੇ ਖਾਣ ਲਈ ਯੋਗ ਹੋਵੇ, ਜਿਸ ਨੂੰ ਉਸਨੇ ਆਪ ਪਕਾਇਆ ਹੋਵੇ ਅਤੇ ਰਾਜਾ ਦੁਆਰਾ ਦਿੱਤੀ ਗਈ ਆਗਿਆ ਅਨੁਸਾਰ ਬਲੀ ਭੋਜ ਦਾ ਮਾਸ ਖਾਣ ਦਾ ਢੰਗ ਕਰੇ। ਇਸ ਤਰ੍ਹਾਂ ਕਰਨ ਨਾਲ ਉਹ ਮੌਤ ਤੋਂ ਬਚ ਜਾਏਗਾ ਅਤੇ ਉਹਨਾਂ ਦੇ ਨਾਲ ਪੁਰਾਣੀ ਮਿੱਤਰਤਾ ਦੇ ਕਾਰਨ ਉਸ ਦੇ ਨਾਲ ਦਇਆ ਦਾ ਵਰਤਾਓ ਕੀਤਾ ਜਾਵੇਗਾ। ਪਰ ਉਸਨੇ ਇੱਕ ਉੱਤਮ ਫੈਸਲਾ ਕੀਤਾ ਜੋ ਉਸ ਦੀ ਉਮਰ, ਉਸ ਦੇ ਬੁਢਾਪੇ ਦਾ ਮਾਣ ਸਿਆਣਪ ਅਨੁਸਾਰ ਪ੍ਰਾਪਤ ਕੀਤੇ ਚਿੱਟੇ ਵਾਲਾਂ ਦੀ ਬਜ਼ੁਰਗੀ, ਬਚਪਨ ਤੋਂ ਹੀ ਉਸ ਦੀ ਸ਼੍ਰੇਸ਼ਠ ਜ਼ਿੰਦਗੀ ਅਤੇ ਸਭ ਤੋਂ ਵੱਧ ਕੇ ਖੁਦਾ ਦੁਆਰਾ ਦਿੱਤੇ ਪਵਿੱਤਰ ਨਿਯਮਾਂ ਦੇ ਅਨੁਸਾਰ ਸੀ। ਉਸਨੇ ਉੱਤਰ ਦਿੱਤਾ, ਤੁਸੀਂ ਮੈਨੂੰ ਪਤਾਲ ਵਿੱਚ ਘੱਲ ਦਿਓ। ਇਸ ਤਰ੍ਹਾਂ ਦਾ ਢੌਂਗ ਮੇਰੀ ਉਮਰ ਦੇ ਯੋਗ ਨਹੀਂ ਹੋਵੇਗਾ। ਕਿਤੇ ਇੰਝ ਨਾ ਹੋਵੇ ਕਿ ਬਹੁਤ ਸਾਰੇ ਨੌਜਵਾਨ ਇਹ ਸਮਝਣ ਕਿ ਇਲਿਆਜ਼ਰ ਨੇ ਉਸ ਦੀ 90 ਸਾਲ ਦੀ ਉਮਰ ਵਿੱਚ ਪਰਾਏ ਧਰਮ ਨੂੰ ਅਪਣਾਇਆ ਹੈ। ਥੋੜ੍ਹਾ ਚਿਰ ਹੋਰ ਜਿਉਂਦਾ ਰਹਿਣ ਲਈ ਜੇਕਰ ਮੈਂ ਇਸ ਤਰ੍ਹਾਂ ਦਾ ਢੌਂਗ ਕਰਾਂ ਤਾਂ ਉਹ ਗੁੰਮਰਾਹ ਕੀਤੇ ਜਾਣਗੇ, ਜਦੋਂ ਕਿ ਮੈਂ ਆਪਣੇ ਬੁਢਾਪੇ 'ਤੇ ਕਲੰਕ ਅਤੇ ਅਪਮਾਨ ਲੈ ਆਵਾਂਗਾ। ਕਿਉਂਕਿ ਭਾਵੇਂ ਮੈਂ ਹਾਲ ਦੀ ਘੜੀ ਦੇ ਲਈ ਮਨੁੱਖਾਂ ਦੇ ਹੱਥੋਂ ਸਜ਼ਾ ਤੋਂ ਬਚ ਜਾਂਦਾ, ਪਰ ਫਿਰ ਵੀ ਚਾਹੇ ਮੈਂ ਜਿਉਂਦਾ ਰਹਾਂ ਜਾਂ ਮਰ ਜਾਵਾਂ, ਮੈਂ ਸਰਵ ਸ਼ਕਤੀਮਾਨ ਦੇ ਹੱਥੋਂ ਨਹੀਂ ਬਚ ਸਕਦਾ। ਇਸ ਲਈ ਜੇਕਰ ਮੈਂ ਹੁਣ ਬਹਾਦਰੀ ਨਾਲ ਆਪਣਾ ਜੀਵਨ ਦੇ ਦੇਵਾਂ ਤਾਂ ਮੈਂ ਆਪਣੇ ਬੁਢਾਪੇ ਦੇ ਯੋਗ ਠਹਿਰਾਇਆ ਜਾਵਾਂਗਾ ਅਤੇ ਯੁਵਕਾਂ ਦੇ ਲਈ ਇੱਕ ਉੱਤਮ ਨਮੂਨਾ ਛੱਡ ਜਾਵਾਂਗਾ ਕਿ ਪੂਜਨੀਤ ਅਤੇ ਪਵਿੱਤਰ ਵਿਧੀ ਨਿਯਮਾਂ ਦੇ
ਖਾਤਰ ਕਿਸ ਤਰ੍ਹਾਂ ਕੋਈ ਆਪਣੀ ਇੱਛਾ ਅਤੇ ਸ਼ਾਨ ਨਾਲ ਨੇਕ ਮੌਤ ਮਰ ਸਕਦਾ ਹੈ। ਇਹ ਆਖਣ ਤੋਂ ਬਾਅਦ ਇਲਿਆਜਰ ਤੁਰੰਤ ਉਸ ਥਾਂ ਵੱਲ ਵਧਿਆ ਜਿੱਥੇ ਸਜ਼ਾ ਦਿੱਤੀ ਜਾਂਦੀ ਸੀ। ਜੋ ਲੋਕ ਥੋੜ੍ਹੀ ਦੇਰ ਪਹਿਲਾਂ ਉਸ ਦੇ ਨਾਲ ਸਦਭਾਵਨਾ ਵਿਖਾਉਂਦੇ ਸਨ, ਹੁਣ ਉਸ ਦੇ ਨਾਲ ਬੁਰਾ ਵਰਤਾਓ ਕਰਨ ਲੱਗੇ, ਕਿਉਂਕਿ ਜੋ ਗੱਲਾਂ ਉਸਨੇ ਕਹੀਆਂ ਸਨ ਉਹ ਉਹਨਾਂ ਨੂੰ ਨਿਰੀ ਮੂਰਖਤਾ ਲੱਗੀਆਂ। ਕੋਰੜੇ ਦੀ ਮਾਰ ਨਾਲ ਜਦੋਂ ਉਹ ਮੌਤ ਦੇ ਕੰਢੇ ਪਹੁੰਚ ਗਿਆ ਤਾਂ ਉਸਨੇ ਆਹ ਭਰ ਕੇ ਕਿਹਾ, ਪ੍ਰਭੂ ਜਾਣਦਾ ਹੈ ਕਿ ਮੈਂ ਮੌਤ ਤੋਂ ਬਚ ਸਕਦਾ ਸੀ। ਮੈਂ ਕੋਰੜਿਆਂ ਦੀ ਮਾਰ ਨਾਲ ਅਤੇ ਦੀ ਪੀੜਾਂ ਆਪਣੇ ਸਰੀਰ ਵਿੱਚ ਭੋਗ ਰਿਹਾ ਹਾਂ, ਪਰ ਉਸ ਨੂੰ ਆਪਣੀ ਆਤਮਾ ਵਿੱਚ ਆਨੰਦ ਨਾਲ ਸਹਿ ਲੈਂਦਾ ਹੈ, ਕਿਉਂਕਿ ਮੈਂ ਉਸ ਦਾ ਭੈ ਰੱਖਦਾ ਹਾਂ। ਇਸ ਤਰ੍ਹਾਂ ਉਹ ਮਰ ਗਿਆ ਅਤੇ ਆਪਣੀ ਮੌਤ ਵਿੱਚ ਉਸਨੇ ਨਾ ਕੇਵਲ ਨੌਜਵਾਨਾਂ ਦੇ ਲਈ ਸਗੋਂ ਸਮੁੱਚੀ ਕੌਮ ਦੇ ਲਈ ਨੇਕੀ ਦੀ ਮਿਸਾਲ ਅਤੇ ਦਲੇਰੀ ਦੀ ਯਾਦਗਾਰੀ ਪੇਸ਼ ਕੀਤੀ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਇਹ ਦੂਜਾ ਮੁਕਾਬੀਆਂ ਦਾ ਗ੍ਰੰਥ ਯੂਨਾਨੀ ਭਾਸ਼ਾ ਵਿੱਚ ਪ੍ਰਭੂ ਯਿਸੂ ਦੇ ਜਨਮ ਤੋਂ 100 ਸਾਲ ਪਹਿਲਾਂ ਲਿਖਿਆ ਗਿਆ ਸੀ। ਇਲਿਆਜਰ ਇੱਕ ਧਰਮ ਗ੍ਰੰਥੀ ਸੀ। ਉਸ ਨੂੰ ਸੂਰ ਦਾ ਮੀਟ ਖਾਣ ਲਈ ਮਜਬੂਰ ਕੀਤਾ ਗਿਆ ਸੀ, ਪਰ ਉਸਨੇ ਸੂਰ ਦਾ ਮੀਟ ਖਾਣ ਤੋਂ ਇਨਕਾਰ ਕਰਕੇ ਮੌਤ ਸਵੀਕਾਰ ਕੀਤੀ। ਅਸੀਂ ਇਸ ਬਾਰੇ ਪੜ੍ਹ ਸਕਦੇ ਹਾਂ ਲਿਵਟੀਕਸ ਚੈਪਟਰ 11 ਵਰਸ 7, ਲੇਵੀਆਂ ਦਾ ਗ੍ਰੰਥ ਚੈਪਟਰ 11 ਦੀ 7 ਆਇਤ ਵਿੱਚ ਪੜ੍ਹ ਸਕਦੇ ਹਾਂ, ਸੂਰਾਂ ਦੇ ਖੁਰ ਪਾਟੇ ਹੁੰਦੇ ਹਨ ਪਰ ਉਹ ਗਾਲੀ ਨਹੀਂ ਕਰਦੇ। ਇਹ ਪਰਮੇਸ਼ਰ ਵੱਲੋਂ ਨੇਮ ਦਿੱਤਾ ਗਿਆ ਹੈ ਕਿ ਅਸੀਂ ਕਿਸ ਕਿਸਮ ਦੇ ਜਾਨਵਰ ਖਾ ਸਕਦੇ ਹਾਂ। ਸੋ ਮੇਰੇ ਭੈਣ ਭਰਾਵੋ, ਅਸੀਂ ਇਹਨਾਂ ਕਿਸ ਕਿਸਮ ਦੇ ਜਾਨਵਰ ਅਸੀਂ ਖਾ ਸਕਦੇ ਹਾਂ। ਇਹਨਾਂ ਕਿਸਮਾਂ ਦੇ ਜਾਨਵਰ ਅਸੀਂ ਪੜ੍ਹ ਸਕਦੇ ਹਾਂ ਲੇਵੀਆਂ ਦਾ ਗ੍ਰੰਥ ਚੈਪਟਰ 11, ਕਿਉਂਕਿ ਉਹੀ ਜਾਨਵਰ ਖਾ ਸਕਦੇ ਹਾਂ ਜਿਹਨਾਂ ਦੇ ਖੁਰ ਪਾਟੇ ਹਨ, ਅਗਾਲੀ ਕਰਦੇ ਹੁੰਦੇ ਹਨ। ਪਰ ਸੂਰਾਂ ਦੇ ਖੁਰ ਪਾਟੇ ਹੁੰਦੇ ਹਨ ਪਰ ਉਗਾਲੀ ਨਹੀਂ ਕਰਦੇ। ਇਸ ਲਈ ਇਹ ਪਰਮੇਸ਼ਰ ਵੱਲੋਂ ਖਾਣਾ ਮਨਾ ਹੈ। ਸੋ ਪਲੀਜ਼ ਮੇਰੇ ਭੈਣ ਭਰਾਵੋ, ਸਾਨੂੰ ਪਰਮੇਸ਼ਰ ਦੇ ਵਚਨਾਂ ਦੇ, ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਨੀ ਹੈ। ਪ੍ਰਭੂ ਆਪਣੀ ਕਿਰਪਾ ਨਾਲ ਹਮੇਸ਼ਾ ਦੀ ਜ਼ਿੰਦਗੀ ਸਭ ਨੂੰ ਬਖਸ਼ੇਗਾ ਜੋ ਪ੍ਰਭੂ ਦੇ ਹੁਕਮਾਂ ਦੇ ਵਚਨਾਂ 'ਤੇ ਚੱਲਦਾ ਹੈ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ। ਹਾਲੇਲੂਇਆ। ਥੈਂਕ ਯੂ ਜੀ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਯਿਸੂ ਜੀ, ਪਿਤਾ ਪਰਮੇਸ਼ਰ ਜੀ, ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ ਕਿ ਅਸੀਂ ਕਿਸ ਕਿਸਮ ਦੇ ਜਾਨਵਰ ਦਾ ਮੀਟ ਖਾ ਸਕਦੇ ਹਾਂ। ਆਮੀਨ। ਹਾਲੇਲੂਇਆ। ਮੇਰੇ ਭਰਾਵੋ, ਅਸੀਂ ਪੜ੍ਹਦੇ ਹਾਂ ਸੰਤ ਲੂਕਾ ਦੀ ਇੰਜੀਲ ਚੈਪਟਰ 19 1 ਤੋਂ 10 ਐਤਾਂ ਪੜ੍ਹਾਂਗੇ। ਸੈਂਟ ਲੂਕ chapter 19 verses 1 till 10. Jesus brings salvation to Zacchaeus' home. ਪ੍ਰਭੂ ਯਿਸੂ ਅਤੇ ਟੈਕਸ ਲੈਣ ਵਾਲਾ ਜ਼ਕਈ। ਪ੍ਰਭੂ ਯਿਸੂ ਜਰੀਹੋ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾ ਰਹੇ ਸਨ। ਜਰੀਹੋ ਸ਼ਹਿਰ ਵਿੱਚ ਜ਼ਕਈ ਨਾਂ ਦਾ ਇੱਕ ਆਦਮੀ ਰਹਿੰਦਾ ਸੀ। ਉਹ ਟੈਕਸ ਲੈਣ ਵਾਲਿਆਂ ਦਾ ਨੇਤਾ ਸੀ। ਉਹ ਧਨਵਾਨ ਸੀ। ਉਹ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹੈ, ਪਰ ਉਹ ਯਿਸੂ ਨੂੰ ਦੇਖ ਨਾ ਸਕਿਆ ਕਿਉਂਕਿ ਇੱਕ ਤਾਂ ਯਿਸੂ ਦੇ ਆਲੇ ਦੁਆਲੇ ਭੀੜ ਬਹੁਤ ਸੀ, ਦੂਜਾ ਜ਼ਕਈ ਕੱਦ ਦਾ ਬਹੁਤ ਛੋਟਾ ਸੀ। ਇਸ ਲਈ ਉਹ ਯਿਸੂ ਨੂੰ ਦੇਖਣ ਦੇ ਲਈ ਦੌੜ ਕੇ ਇੱਕ ਰੁੱਖ ਉੱਤੇ ਚੜ੍ਹ ਗਿਆ
ਕਿਉਂਕਿ ਯਿਸੂ ਉਸੇ ਰਾਹੀਂ ਥਾਣੇ ਜਾਣ ਵਾਲੇ ਸਨ। ਜਦੋਂ ਯਿਸੂ ਨੇ ਉਸ ਰੁੱਖ ਦੇ ਲਾਗੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ। ਜ਼ਕਈ ਨੂੰ ਕਿਹਾ, ਜ਼ਕਈ ਛੇਤੀ ਨਾਲ ਥੱਲੇ ਉਤਰ ਆ, ਅੱਜ ਮੈਂ ਤੇਰੇ ਘਰ ਹੀ ਰਹਾਂਗਾ। ਇਹ ਸੁਣਦੇ ਸਾਰੇ ਜ਼ਕਈ ਰੁੱਖ ਤੋਂ ਥੱਲੇ ਉਤਰਿਆ ਅਤੇ ਉਸ ਨੂੰ ਬੜੀ ਖੁਸ਼ੀ ਨਾਲ ਯਿਸੂ ਦਾ ਸਵਾਗਤ ਆਪਣੇ ਘਰ ਵਿੱਚ ਲਿਜਾ ਕੇ ਕੀਤਾ। ਇਹ ਦੇਖ ਕੇ ਸਾਰੇ ਲੋਕੀ ਬੜਬੜਾਉਣ ਲੱਗੇ, ਇਹ ਆਦਮੀ ਇੱਕ ਪਾਪੀ ਆਦਮੀ ਦੇ ਘਰ ਰਹਿਣ ਲਈ ਗਿਆ ਹੈ। ਪਰ ਜ਼ਕਈ ਖੜਾ ਹੋਇਆ ਅਤੇ ਉਸਨੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦਿੰਦਾ। ਜੇਕਰ ਮੈਂ ਬੇਇਨਸਾਫੀ ਕਰਕੇ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸ ਨੂੰ 4 ਗੁਣਾ ਮੋੜ ਦਿੰਦਾ। ਯਿਸੂ ਨੇ ਕਿਹਾ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਆਦਮੀ ਵੀ ਅਬਰਾਹਮ ਦਾ ਪੁੱਤਰ ਹੈ। ਮਨੁੱਖ ਦਾ ਪੁੱਤਰ ਗੁਆਚਿਆ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਬਚਾਉਣ ਆਇਆ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਦੇ ਸਮੇਂ ਟੈਕਸ ਲੈਣ ਵਾਲਿਆਂ ਨੂੰ ਯਹੂਦੀ ਲੋਕ ਬਹੁਤ ਨਫ਼ਰਤ ਕਰਦੇ ਸਨ, ਕਿਉਂਕਿ ਉਹ ਰੋਮਨ ਸਮਰਾਟ ਦੀ ਸਹਾਇਤਾ ਕਰਦੇ ਸਨ ਅਤੇ ਧੋਖੇ ਨਾਲ ਯਹੂਦੀਆਂ ਕੋਲੋਂ ਵਾਧੂ ਟੈਕਸ ਵੀ ਲੈਂਦੇ ਸਨ। ਜ਼ਕਈ ਧਨੀ ਅਤੇ ਅਮੀਰ ਬਣ ਗਿਆ ਸੀ, ਜੋ ਪਾਪ ਦੇ ਬਰਾਬਰ ਹੈ। ਕਿ ਟੈਕਸ ਲੈਣ ਵਾਲਿਆਂ ਵਿੱਚੋਂ ਜ਼ਕਈ ਨਾਮ ਦਾ ਆਦਮੀ ਵੀ ਧਨੀ ਤੇ ਅਮੀਰ ਆਦਮੀ ਸੀ। ਕੱਦ ਦਾ ਬਹੁਤ ਛੋਟਾ ਸੀ, ਇਸ ਲਈ ਉਹ ਪ੍ਰਭੂ ਯਿਸੂ ਨੂੰ ਜਾਂਦਿਆਂ ਹੋਇਆਂ ਦੇਖਣ ਲਈ ਇੱਕ ਦਰਖਤ ਉੱਪਰ ਚੜ੍ਹ ਗਿਆ। ਇਹ ਦੇਖਣ ਲਈ ਕਿ ਯਿਸੂ ਕੌਣ ਹੈ, ਜਿਸ ਦੇ ਇਰਦ ਗਿਰਦ ਬਹੁਤ ਭੀੜ, ਲੋਕਾਂ ਦੀ ਬਹੁਤ ਵੱਡੀ ਭੀੜ ਇਕੱਠੀ ਹੋਈ ਸੀ। ਪ੍ਰਭੂ ਯਿਸੂ ਨੇ ਉਸ ਨੂੰ ਦਰਖਤ ਉੱਪਰ ਦੇਖ ਕੇ ਕਿਹਾ, ਜ਼ਕਈ ਥੱਲੇ ਉਤਰਾ, ਅੱਜ ਮੈਂ ਤੇਰੇ ਘਰ ਹੀ ਰਹਾਂਗਾ। ਜ਼ਕਈ ਇੱਕ ਧਨੀ ਅਤੇ ਧੋਖੇਦਾਰ, ਚੀਟਰ, ਲੋਕਾਂ ਨੂੰ ਠੱਗਣ ਵਾਲਾ ਪਾਪੀ ਆਦਮੀ ਸੀ। ਟੈਕਸ ਲੈਣ ਵਾਲਿਆਂ ਦਾ ਨੇਤਾ ਸੀ, ਲੀਡਰ ਸੀ। ਇਸੇ ਕਾਰਨ ਯਹੂਦੀ ਲੋਕ ਕਹਿੰਦੇ ਸਨ ਕਿ ਯਿਸੂ ਪਾਪੀਆਂ ਦੇ ਘਰ ਕਿਉਂ ਜਾਂਦਾ ਹੈ। ਪਰ ਯਿਸੂ ਨੇ ਜ਼ਕਈ ਨੂੰ ਪਿਆਰ ਕੀਤਾ ਅਤੇ ਉਸੇ ਸਮੇਂ ਉਹ ਪ੍ਰਭੂ ਯਿਸੂ ਵਿੱਚ ਆ ਕੇ ਵਿਸ਼ਵਾਸ ਕਰਨ ਲੱਗਾ। ਸੋ ਮੇਰੇ ਭੈਣ ਪ੍ਰਭੂ, ਹਰ ਸਮਾਜ ਦੇ ਲੋਕ ਵੱਖ-ਵੱਖ ਸੁਭਾਅ ਦੇ ਹੁੰਦੇ ਹਨ। ਕੁਝ ਆਪਣੇ ਪੈਸੇ, ਧਨ ਦੌਲਤ ਜਾਂ ਪਾਵਰ ਵਿੱਚ ਆ ਕੇ ਘਮੰਡ ਕਰਦੇ ਹਨ ਅਤੇ ਦੂਸਰੇ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਹਨ। ਪਰ ਸਾਨੂੰ ਇਸ ਤਰ੍ਹਾਂ ਦੇ ਲੋਕਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। ਨਿਮਰਤਾ ਤੇ ਹਲੀਮੀ ਨਾਲ ਉਹਨਾਂ ਨਾਲ ਵਰਤਾਓ ਕਰਨਾ ਚਾਹੀਦਾ ਹੈ। ਪ੍ਰਭੂ ਪਰਮੇਸ਼ਰ ਦੇ ਵਚਨ ਉਹਨਾਂ ਨੂੰ ਸੁਣਾਉਣੇ ਚਾਹੀਦੇ ਹਨ। ਹੋ ਸਕਦਾ ਹੈ ਪਰਮੇਸ਼ਰ ਉਹਨਾਂ ਪਰ ਕਿਰਪਾ ਕਰਕੇ ਉਹਨਾਂ ਦੇ ਜੀਵਨ ਨੂੰ ਬਦਲ ਦੇਵੇ, ਉਹਨਾਂ ਦੇ ਜੀਵਨ ਨੂੰ ਬਦਲ ਕੇ ਰੋਸ਼ਨੀ ਵਿੱਚ ਲੈ ਆਵੇ, ਕਿਉਂਕਿ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਸਾਨੂੰ ਸਭ ਨੂੰ ਪਿਆਰ ਕਰਦਾ ਹੈ। ਉਸ ਦੇ ਸਾਹਮਣੇ ਕੋਈ ਜਾਤ ਪਾਤ ਨਹੀਂ, ਉੱਚ ਨੀਚ ਨਹੀਂ, ਅਮੀਰ ਗਰੀਬ ਨਹੀਂ, ਸਭ ਉਸ ਦੇ ਅੱਖਾਂ ਦੇ ਸਾਹਮਣੇ ਬਰਾਬਰ ਹਨ। ਜ਼ਕਈ ਨੇ ਪ੍ਰਭੂ ਯਿਸੂ ਦੇ ਮਿਲਣ ਤੋਂ ਬਾਅਦ ਆਪਣਾ ਜੀਵਨ ਬਦਲ ਲਿਆ ਅਤੇ ਆਪਣਾ ਅੱਧਾ ਧਨ ਗਰੀਬਾਂ ਨੂੰ ਦੇਣ ਲਈ ਕਿਹਾ। 4 ਗੁਣਾ ਉਹਨਾਂ ਨੂੰ ਵਾਪਸ ਮੋੜਨ ਲਈ ਕਿਹਾ, ਜਿਨ੍ਹਾਂ ਨੂੰ ਉਸਨੇ ਠੱਗਿਆ ਸੀ। ਸੋ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਦੇ ਵਚਨਾਂ ਨੂੰ ਸੁਣਨਾ, ਉਸ ਦੇ ਪਿੱਛੇ ਚੱਲਣਾ ਕਾਫੀ ਨਹੀਂ ਹੈ। ਸਾਨੂੰ ਆਪਣਾ ਵਰਤਾਓ, ਆਪਣਾ ਸੁਭਾਅ ਬਦਲ ਕੇ ਵਿਸ਼ਵਾਸ ਦਿਖਾਉਣਾ ਹੈ। ਜ਼ਕਈ ਵਾਂਗ ਬਦਲ ਕੇ ਮੁਕਤੀ ਹਾਸਲ ਕਰਨੀ ਹੈ ਅਤੇ ਪ੍ਰਭੂ ਯਿਸੂ ਨੂੰ ਦੇਖਣ ਦੀ ਇੱਛਾ ਰੱਖ ਕੇ ਉਸ ਨੂੰ ਆਪਣੇ ਦਿਲ ਵਿੱਚ ਵਸਾਉਣਾ ਹੈ।
ਸੋ ਮੇਰੇ ਭੈਣ ਭਰਾਵੋ, ਬਿਮਾਰ ਭੈਣ ਭਰਾਵਾਂ ਦੀ ਮਦਦ ਕਰਨੀ ਹੈ, ਗਰੀਬ ਲੋੜਵੰਦ ਭੈਣ ਭਰਾਵਾਂ ਦੀ ਮਦਦ ਕਰਨੀ, ਜੋ ਕੰਮ ਨਹੀਂ ਕਰ ਸਕਦੇ ਉਹਨਾਂ ਦੀ ਸਹਾਇਤਾ ਕਰਨੀ ਹੈ, ਵਿਧਵਾ ਯਤੀਮ ਬੱਚਿਆਂ ਦੀ ਸਹਾਇਤਾ ਕਰਨੀ ਹੈ, ਉਹਨਾਂ 'ਤੇ ਕਿਰਪਾ ਕਰਨੀ, ਦਇਆ ਕਰਨੀ ਹੈ, ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਮਾਫੀ ਲਈ ਪ੍ਰਾਰਥਨਾ ਕਰਨੀ ਹੈ। ਮੁਕਤੀ ਪ੍ਰਾਪਤੀ ਲਈ ਇਹ ਸਭ ਕੁਝ ਜ਼ਰੂਰੀ ਹੈ, ਜਿਸ ਤੋਂ ਪ੍ਰਭੂ ਪਰਮੇਸ਼ਰ ਖੁਸ਼ ਹੁੰਦਾ ਹੈ। ਜ਼ਕਈ ਵੀ ਇੱਕ ਗੁਆਚਿਆਂ ਵਿੱਚੋਂ ਅਬਰਾਹਮ ਦਾ ਪੁੱਤਰ ਸੀ। ਇਸ ਸਮੇਂ ਵੀ ਸਾਡੇ ਬਹੁਤ ਭੈਣ ਭਰਾ ਜੋ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਤੋਂ ਦੂਰ ਹਨ, ਗੁਆਚਿਆ ਹੋਇਆਂ ਦੀ ਤਰ੍ਹਾਂ ਰਹਿੰਦੇ ਹਨ, ਜਿਨ੍ਹਾਂ ਨੂੰ ਅਗਾਂਹ ਦੀ ਕੋਈ ਉਮੀਦ ਨਹੀਂ ਹੁੰਦੀ। ਪ੍ਰਭੂ ਯਿਸੂ ਗੁਆਚਿਆ ਹੋਇਆਂ ਨੂੰ ਲੱਭਣ ਅਤੇ ਬਚਾਉਣ ਆਏ ਹਨ। ਪ੍ਰਭੂ ਯਿਸੂ ਕਿਸੇ ਨੂੰ ਬਚਾਉਣ ਲਈ ਉਹਨਾਂ ਦਾ ਪਿਛੋਕੜ, ਉਹਨਾਂ ਦੀ ਬੈਕਗਰਾਊਂਡ ਜਾਂ ਪ੍ਰੀਵੀਅਸ ਲਾਈਫ ਨਹੀਂ ਦੇਖਦੇ। ਵਿਸ਼ਵਾਸ ਸਭ ਤੋਂ ਮਹੱਤਵਪੂਰਨ ਜ਼ਰੂਰੀ ਹੈ, ਇੰਪੋਰਟੈਂਟ ਹੈ। ਪ੍ਰਭੂ ਯਿਸੂ ਨੂੰ ਆਪਣਾ ਮੁਕਤੀਦਾਤਾ ਮੰਨਣਾ ਹੈ। ਉਹੀ ਗੁਆਚਿਆਂ ਨੂੰ ਲੱਭ ਕੇ ਮਾਫ ਕਰ ਸਕਦਾ ਹੈ ਅਤੇ ਨਵੀਂ ਜ਼ਿੰਦਗੀ ਪ੍ਰਦਾਨ ਕਰਦਾ ਹੈ। ਸੋ ਪਲੀਜ਼ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ। ਉਹੀ ਸੰਸਾਰ ਦਾ ਮੁਕਤੀਦਾਤਾ ਹੈ, ਪਾਪਾਂ ਤੋਂ ਮਾਫੀ ਦੇਣ ਵਾਲਾ, ਹਰ ਬਿਮਾਰੀ ਤੋਂ ਸ਼ਿਫਾ ਦੇਣ ਵਾਲਾ ਹੈ, ਹਮੇਸ਼ਾ ਦੀ ਜ਼ਿੰਦਗੀ ਬਖਸ਼ਦਾ ਹੈ। ਜੋ ਵੀ ਸਾਡਾ ਭੈਣ ਭਰਾ ਪ੍ਰਭੂ ਦੇ ਅੱਗੇ ਵਿਸ਼ਵਾਸ ਕਰਦਾ ਹੈ, ਪ੍ਰਭੂ ਉਹਨਾਂ ਸਭ ਨੂੰ ਮਾਫ ਕਰਕੇ ਨਵੀਂ ਜ਼ਿੰਦਗੀ ਦਿੰਦਾ ਹੈ, ਨਵਾਂ ਆਤਮਾ, ਨਵਾਂ ਦਿਲ ਦਿੰਦਾ ਹੈ। ਸੋ ਪਲੀਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਇਹਨਾਂ ਵਚਨਾਂ ਦਾ ਧੰਨਵਾਦ ਕਰਦੇ ਪ੍ਰਭੂ ਯਿਸੂ, ਜੋ ਤੁਸੀਂ ਅੱਜ ਦੇ ਸਾਨੂੰ ਵਚਨ ਦਿੱਤੇ ਹਨ। ਥੈਂਕ ਯੂ ਪ੍ਰਭੂ ਜੀ, ਜਿਹਨੂੰ ਸਾਡੇ ਭੈਣ ਭਰਾ ਦਾ ਵਚਨ ਸੁਣ ਰਿਹਾ, ਆਪਦੇ ਦੁਆਵਾਂ ਕਰਦੇ, ਬੇਨਤੀਆਂ ਕਰਦੇ ਪ੍ਰਭੂ ਯਿਸੂ, ਉਹਨਾਂ ਸਭ 'ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ, ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ, ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪਿਤਾ ਪਰਮੇਸ਼ਰ। ਪ੍ਰਭੂ ਦੇ ਪਿੱਤਰ ਚਰਨ ਜਾਣਗੇ, ਦੁਆ ਕਰੀਏ, ਬੇਨਤੀਆਂ ਕਰੀਏ, ਉਸ ਦਾ ਧੰਨਵਾਦ ਕਰੀਏ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। Thank you, praise the Lord. Thank you, Heavenly Father. Thank you, mighty God. Thank you. You're great and powerful, mighty God. Thank you. Praise the Lord Jesus. Thank you, Jesus. Thank you, Lord. Thank you, Jesus. Thank you, Heavenly Father, mighty God. Thank you, Jesus. Tanwap Yeshu. Thank you, Jesus. Lord Jesus, we give you thank you, Lord Jesus. We give you thank you for your holy blood, Lord Jesus. Thank you, Jesus. We believe you, trust in you, Lord Jesus. Your Savior, the whole world, Lord Jesus. Thank you, Jesus. You are the great and powerful Lord Jesus. Thank you, Jesus. Hallelujah, hallelujah. Yesu, ਅਸੀਂ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ। Thank you, Jesus. Hallelujah, hallelujah. Yesu, thank you, Jesus. Praise the Lord Jesus. You have forgiven our sins and give us a new life, Lord Jesus. Thank you, Jesus. ਧੰਨਵਾਦ ਯਿਸੂ। Thank you ਪਿਤਾ ਪਰਮੇਸ਼ਰ, ਸਭ ਦੁਨੀਆ ਦੇ ਰਚਨਹਾਰੇ, ਸਵਰਗ ਧਰਤੀ ਦੇ ਮਾਲਕ, ਸਰਵ ਸ਼ਕਤੀਮਾਨ, ਸਾਡੇ ਮੁਕਤਦਾਤਾ ਯਿਸੂ ਮਸੀਹ, ਅਸੀਂ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ ਚੱਲਦੇ ਸਮੇਂ ਲਈ, ਅੱਜ ਦੇ ਵਚਨਾਂ ਦੀ ਧੰਨਵਾਦ ਕਰਦੇ ਪਏ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਅਸੀਂ ਧੰਨਵਾਦ ਕਰਦੇ ਤੁਸੀਂ ਸਾਨੂੰ ਅੱਜ ਤੱਕ ਹਰ ਮੁਸ਼ਕਲ ਤੋਂ, ਹਰ ਬਿਮਾਰੀ ਤੋਂ ਬਚਾ ਕੇ ਰੱਖਿਆ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਬੇਨਤੀ ਕਰਦੇ ਹਾਂ ਪ੍ਰਭੂ ਯਿਸੂ ਜੀ, ਜਿੰਨੇ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ, ਸੁਣ ਰਹੇ, ਆਪਦੇ ਅੱਗੇ ਦੁਆਵਾਂ ਕਰਦੇ ਹਾਂ, ਬੇਨਤੀਆਂ ਕਰਦੇ ਪ੍ਰਭੂ ਯਿਸੂ, ਸਭ ਤੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ, ਸਭ ਨੂੰ ਦਰਸ਼ਨ ਦੇਣਾ ਪ੍ਰਭੂ ਯਿਸੂ ਜੀ, ਸਭ ਦੇ ਦਿਲਾਂ ਵਿੱਚ ਵਾਸ ਕਰਨਾ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਬੜਾਈ ਕਰਦੇ ਪ੍ਰਭੂ ਯਿਸੂ ਜੀ। ਆਦੇ ਵਚਨ ਸੱਚੇ ਹਨ, ਪਿਤਰਾਂ ਧੰਨ ਹਨ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰਭੂ ਯਿਸੂ, ਆਦੇ ਵਚਨ ਪਿਤਰਾਂ ਸ਼ੁੱਧ ਹਨ, ਧੰਨ ਹਨ ਪ੍ਰਭੂ ਯਿਸੂ ਜੀ। ਆਪਦੇ ਵਚਨ ਕਹਿੰਦੇ ਹਨ, ਪਰਮੇਸ਼ਰ ਨੇ ਸਾਡੇ ਨਾਲ ਇੰਨਾ ਪਿਆਰ ਕੀਤਾ ਹੈ। ਪ੍ਰਭੂ ਯਿਸੂ ਜੀ, ਅਸੀਂ ਯਕੀਨ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ, ਆਪਦੇ ਪਿਤਾ ਨੇ ਸਾਡੇ ਸਭ ਦੇ ਨਾਲ ਇੰਨਾ ਪਿਆਰ ਕੀਤਾ ਹੈ ਕਿ ਉਸ ਨੇ ਆਪਣੇ ਪੁੱਤਰ ਨੂੰ ਘੱਲਿਆ, ਇਸ ਸੰਸਾਰ ਵਿੱਚ ਆਪਣੇ ਪੁੱਤਰ ਨੂੰ ਘੱਲਿਆ ਕਿ ਅਸੀਂ ਉਸ ਦੇ ਦੁਆਰਾ ਆਪਣੇ ਪਾਪਾਂ ਤੋਂ ਮਾਫੀ ਪ੍ਰਾਪਤ ਕਰੀਏ। ਹਾਲੇਲੂਇਆ। ਪ੍ਰਭੂ ਯਿਸੂ, ਅਸੀਂ ਆਪਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ। ਅਸੀਂ ਗੁਨਾਹਗਾਰ ਪਾਪੀ ਇਨਸਾਨ ਸੀ, ਤੁਸੀਂ ਸਾਡੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਪ੍ਰਭੂ ਯਿਸੂ ਜੀ ਮਾਫ ਕਰਵਾਇਆ। ਆਪਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ।
हालेलुया हाले यीशु नासी तेरा नाम पवित्र तेरा शुद्ध है तेरे नाम की महिमा करते हैं यीशु जी थैंक यू प्रभु थैंक यू जीसस ਅਸੀਂ ਮੁਰਦਾ ਸਾਂ ਪ੍ਰਭੂ ਯਿਸੂ ਤੁਸੀਂ ਸਾਨੂੰ ਜਿਉਂਦੇ ਕੀਤਾ ਅਸੀਂ ਅੰਨੇ ਸਨ ਤੁਸੀਂ ਸਜਾ ਕੇ ਕੀਤਾ ਪ੍ਰਭੂ ਯਿਸੂ ਜੀ ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਯਿਸੂ ਨਾਸੀ ਥੈਂਕ ਯੂ ਜੀਸਸ ਹਾਲੇਲੂਇਆ ਹਾਲੇ ਯਿਸੂ ਨਾਸੀ ਤੁਸੀਂ ਸਾਡੇ ਸਵਰਗੀ ਡਾਕਟਰ ਪ੍ਰਭੂ ਯਿਸੂ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ ਜੋ ਵੀ ਸਾਡਾ ਭੈਣ ਭਰਾ ਦੇ ਉੱਪਰ ਵਿਸ਼ਵਾਸ ਕਰਦਾ ਨਿਸ਼ਚੈ ਕਰਦਾ ਆਪਦੇ ਅੱਗੇ ਦੁਆਵਾਂ ਕਰਦਾ ਬੇਨਤੀ ਕਰਦੇ ਆ ਆਪਣੇ ਪਾਪਾਂ ਤੋਂ ਪਛਤਾਵਾ ਕਰਦੇ ਯਿਸੂ ਉਹਨਾਂ ਸਭ ਨੂੰ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਬਖਸ਼ੇ ਪ੍ਰਭੂ ਯਿਸੂ ਜੀ ਥੈਂਕ ਯੂ ਜਿਸ ਦੇ ਇੱਕ ਵਚਨ ਦੇ ਨਾਲ ਆਪਦੇ ਪਿੱਤਰ ਨਾਲ ਸ਼ੂ ਦੇ ਨਾਲ ਹਰ ਬਿਮਾਰ ਤੋਂ ਤੰਦਰੁਸਤੀ ਚੰਗਾਈ ਮਿਲਦੀ ਹੈ ਪ੍ਰਭੂ ਯਿਸੂ ਜੀ ਥੈਂਕ ਯੂ ਜੀ ਹਾਲੇਲੂਇਆ ਅਸੀਂ ਦੁਆ ਕਰਦੇ ਹਾਂ ਸਾਡੇ ਭੈਣ ਭਰਾ ਘਰਾਂ ਵਿੱਚ ਬਾਹਰ ਜਾਂ ਹੌਸਪੀਟਲ ਵਿੱਚ ਬਾਹਰ ਯਿਸੂ ਘਰਾਂ ਵਿੱਚ ਤੋਂ ਬਾਹਰ ਨਹੀਂ ਜਾ ਸਕਦੇ ਪ੍ਰਭੂ ਯਿਸੂ ਉਹਨਾਂ ਸਭ ਤੇ ਰਹਿਮ ਕਰਨ ਦਇਆ ਕਰਨੀ ਉਹਨਾਂ ਦੀ ਬਿਮਾਰੀਆਂ ਤੋਂ ਉਹਨਾਂ ਨੂੰ ਸ਼ਿਫਾ ਦੇਣੀ ਤੰਦਰੁਸਤੀ ਚੰਗਾਈ ਬਖਸ਼ਣੀ ਪ੍ਰਭੂ ਯਿਸੂ ਜੀ ਥੈਂਕ ਯੂ ਜੀ ਅਸੀਂ ਦੁਆ ਕਰਦੇ ਹਾਂ ਆਪਣੇ ਭਰਾ ਪਾਸਟਰ ਮਸ ਲਈ ਜੋ ਵੀ ਉਹਦੇ ਸਿਰ 'ਚ ਕਮਜ਼ੋਰੀਆਂ ਯਿਸੂ ਤੁਸੀਂ ਜਾਣਦੇ ਹੋ ਪਲੀਜ਼ ਬਾਪ ਦੇ ਪਿਤਾ ਨਾਲ ਛੂ ਕੇ ਉਸ ਨੂੰ ਤੰਦਰੁਸਤੀ ਚੰਗਾਈ ਬਖਸ਼ੋ ਪ੍ਰਭੂ ਯਿਸੂ ਜੀ ਨਰਸਾਂ ਲਈ ਡਾਕਟਰਾਂ ਲਈ ਹੌਸਪੀਟਲ 'ਚ ਕੰਮ ਕਰਨ ਪਰ ਮੈਂ ਦੁਆ ਕਰਦੀ ਹਾਂ ਜਿਹੜੇ ਮਰੀਜ਼ਾਂ ਦੇ ਪਕੜਦੇ ਹਨ ਉਹਨਾਂ ਨੂੰ ਖਾਣ ਨੂੰ ਭੋਜਨ ਦੇਣ ਉਹਨਾਂ ਦੀ ਸਫਾਈ ਕਰ ਦੇਣ ਪ੍ਰਭੂ ਯਿਸੂ ਨਾਸੀ ਪਵਿੱਤਰ ਆਤਮਾ ਨੂੰ ਅਗਵਾਈ ਕਰੋ ਇਹ ਜੋ ਗੰਭੀਰ ਬਿਮਾਰੀਆਂ ਸੰਸਾਰ 'ਚ ਫੈਲੀਆਂ ਇਹਨਾਂ ਬਿਮਾਰੀਆਂ ਨੂੰ ਸਭ ਭੈਣ ਭਰਾ ਨੂੰ ਬਚਾ ਕੇ ਰੱਖੋ ਪ੍ਰਭੂ ਯਿਸੂ ਜੀ ਗਰੀਬ ਲੋਕਾਂ ਦੇ ਭੈਣ ਭਰਾ ਦੁਆ ਕਰਦੇ ਹਾਂ ਪ੍ਰਭੂ ਯਿਸੂ ਨਾਸੀ ਪਲੀਜ਼ ਉਹਨਾਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਨਾ ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ ਉਹਨਾਂ ਲਈ ਦੁਆ ਕਰਦੇ ਹਾਂ ਉਹਨਾਂ ਦੇ ਕੰਮਾਂ ਕਾਜ 'ਚ ਬਰਕਤ ਦੇਣਾ ਉਹਨਾਂ ਦੇ ਘਰ ਵਿੱਚ ਸ਼ਾਂਤੀ ਨਹੀਂ ਉਹਨਾਂ ਬੱਚੇ ਦੇ ਰਹਿਮ ਕਰਨ ਦਇਆ ਕਰਨੀ ਪ੍ਰਭੂ ਯਿਸੂ ਜੀ ਥੈਂਕ ਯੂ ਜੀਸਸ ਹਾਲੇਲੂਇਆ ਅਸੀਂ ਦੁਆ ਕਰਦੇ ਹਾਂ ਪ੍ਰਚਾਰ ਕਰਨ ਵਾਲੇ ਭੈਣ ਭਰਾਵਾਂ ਲਈ ਬਿਸ਼ਲੋ ਫਾਦਰੋ ਸਿਸਟਰ ਪਾਸਟਰੋ ਚਾਚਾ ਦੇ ਲੀਡਰ ਤੇ ਨਾਮ ਨੂੰ ਵਧਾਉਂਦੇ ਹਨ ਫੁਲਾਉਂਦੇ ਹਨ ਆਦੇ ਬੱਚੇ ਨੂੰ ਸ਼ੇਅਰ ਕਰਦੇ ਹਨ ਪ੍ਰਭੂ ਯਿਸੂ ਨਾਸੀ ਸਾਡੇ ਜਿਹੜੇ ਭੈਣ ਭਰਾ ਆਪਦਾ ਪ੍ਰਚਾਰ ਕਰਦੇ ਹਨ ਆਪਦਾ ਨਾਮ ਦੂਸਰਿਆਂ ਨੂੰ ਸੁਣਾਉਂਦੇ ਹਨ ਉਹਨਾਂ ਦੇ ਉੱਪਰ ਜ਼ੁਲਮ ਹੁੰਦੇ ਹਨ ਅਤਿਆਚਾਰ ਹੁੰਦੇ ਹਨ ਪ੍ਰਭੂ ਯਿਸੂ ਜੀ ਯਿਸੂ ਨਾਸੀ ਉਹਨਾਂ ਦੇ ਸਾਥ ਉਹਨਾਂ ਦੀ ਮਦਦ ਕਰਾਉਣੀ ਪਿੱਤਰ ਆਤਮਾ ਦੀ ਅਗਵਾਈ ਕਰਨੀ ਹਰ ਸ਼ੈਤਾਨੀ ਤਾਕਤਾਂ ਤੋਂ ਉਹਨਾਂ ਨੂੰ ਬਚਾ ਕਰਨਾ ਪ੍ਰਭੂ ਯਿਸੂ ਜੀ ਥੈਂਕ ਯੂ ਜੀ ਹਾਲੇਲੂਇਆ ਹਾਲੇ ਯਿਸੂ ਨਾਸੀ ਅਸੀਂ ਦੁਆ ਕਰਦੇ ਹਾਂ ਬੇਨਤੀ ਕਰਦੇ ਹਾਂ ਸਕੂਲ ਦੇ ਛੋਟੇ ਬੱਚਿਆਂ ਲਈ ਪ੍ਰਭੂ ਯਿਸੂ ਸਕੂਲ ਦੇ ਟੀਚਰਾਂ ਲਈ ਦੁਆ ਕਰਦੇ ਹਾਂ ਪ੍ਰਭੂ ਯਿਸੂ ਜੀ ਗੰਭੀਰ ਬਿਮਾਰੀਆਂ ਇਹਨਾਂ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾ ਕਰਨਾ ਪ੍ਰਭੂ ਯਿਸੂ ਜੀ ਥੈਂਕ ਯੂ ਜੀ ਹਾਲੇਲੂਇਆ ਹਾਲੇ ਯਿਸੂ ਨਾਸੀ ਦੁਆ ਕਰਦੇ ਹਾਂ ਡਰਗ ਨਸ਼ਾ ਕਰਨ ਵਾਲੇ ਭੈਣ ਭਰਾਵਾਂ ਲਈ ਡਰਗ ਕਰਨ ਵਾਲੇ ਭੈਣ ਭਰਾਵਾਂ ਲਈ ਯਿਸੂ ਜੀ ਪਲੀਜ਼ ਯਿਸੂ ਬੁਰੀਆਂ ਆਦਤਾਂ ਤੋਂ ਉਹਨਾਂ ਨੂੰ ਬਚਾ ਕੇ ਰੱਖੋ ਯਿਸੂ ਚੰਗੇ ਚੰਗੇ ਸੋਚ ਵਿਚਾਰ ਦਿਓ ਯਿਸੂ ਜੀ ਥੈਂਕ ਯੂ ਜੀ ਹਾਲੇਲੂਇਆ ਹਾਲੇ ਯਿਸੂ ਨਾਸੀ ਜਿਹਨੇ ਸਾਡੇ ਭੈਣ ਭਰਾ ਆਪਦਾ ਬਚਨ ਪੜ੍ਹ ਰਹੇ ਸੁਣ ਰਹੇ ਆਪਦੇ ਅੱਗੇ ਦੁਆਵਾਂ ਕਰਦੇ ਆ ਬੇਨਤੀ ਕਰਦੇ ਯਿਸੂ ਜੀ ਨਾਸੀ ਪਲੀਜ਼ ਉਹਨਾਂ ਸਭ ਤੇ ਰਹਿਮ ਕਰਨ ਦਇਆ ਕਰਨੀ ਆਪਦੇ ਪਿੱਤਰ ਨਾਲ ਛੂ ਕੇ ਉਹਨਾਂ ਨੂੰ ਤੰਦਰੁਸਤੀ ਚੰਗਾਈ ਬਖਸ਼ੋ ਪ੍ਰਭੂ ਯਿਸੂ ਨਾਸੀ ਯਿਸੂ ਜਗ੍ਹਾ ਕਾਲਤ ਆਨੇ ਜਿੱਥੇ ਆਪਦਾ ਬਚਨ ਪੜ੍ਹ ਜਾਂਦਾ ਆਪਦਾ ਨਾਮ ਲਿਆ ਜਾਂਦਾ ਯਿਸੂ ਜੀ ਉਹਨਾਂ ਦੇ ਘਰਾਂ ਦੇ ਇਰਦ ਗਿਰਦ ਆਪਦੇ ਦੂਤਾਂ ਰਾਹੀਂ ਉਹਨਾਂ ਦੀ ਰਖਵਾਲੀ ਕਰਨੀ ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ ਹਰ ਬਿਮਾਰੀ ਤੋਂ ਉਹਨਾਂ ਨੂੰ ਬਚਾ ਕਰਨਾ ਯਿਸੂ ਜੀ ਥੈਂਕ ਯੂ ਜੀਸਸ ਹਾਲੇਲੂਇਆ ਹਾਲੇ ਯਿਸੂ ਨਾਸੀ ਤੇਰਾ ਨਾਮ ਪਵਿੱਤਰ ਤੇਰਾ ਸ਼ੁੱਧ ਹੈ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਯਿਸੂ ਜੀ ਤੁਸੀਂ ਸਵਰਗਾਂ 'ਚ ਆਪਦੇ ਪਿਤਾ ਸੱਜੇ ਪਾਸੇ ਬੈਠੇ ਹੋ ਸਭ ਦੀ ਦੁਆ ਸੁਣਦੇ ਸਾਡੀ ਦੁਆ ਸੁਣਨਾ ਕਬੂਲ ਕਰਨਾ ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ ਆਮੀਨ ਹਾਲੇਲੂਇਆ ਧੰਨਵਾਦ ਯਿਸੂ ਥੈਂਕ ਯੂ ਜੀਸਸ प्रभु यीशु मसीह की सिखाई प्रार्थना ऐ साडे बाप जो तू आसमान ते है तेरा नाम पाक मने आवे ते राज जावे तेरी मर्जी जिहड़ी आसमान ते पूरी हुंदी है जमीन ते पूरी होवे साडी रोज़ रोटी सानू अज दे साडे कसूर सानू माफ़ कर जिस तरह असीं अपने कसूर माफ़ करदे हां सानू ज़मैश विच ना पा सगों बुराई तो बचा क्योंकि बादशाही कुदरत ते जलाल ते हमेशा आपदे हन आमीन मां मरियम संत माट्रीजा संत यूसुफ संत माइकल संत जबरैल संत फायर संत ते फरिश्तियां नू ਅਸੀਂ ਸਿਫਾਰਿਸ਼ ਕਰਦੇ ਹਾਂ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ ਪ੍ਰਾਰਥਨਾ ਕਰੋ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਘਰਾਂ ਵਿੱਚ ਬਾਰਨ ਜਾਂ ਹੌਸਪੀਟਲ 'ਚ ਬਾਰਨ ਪ੍ਰਭੂ ਯਿਸੂ ਉਹਨਾਂ ਸਭ ਤੇ ਰਹਿਮ ਕਰ ਦਇਆ ਕਰੇ ਉਹਨਾਂ ਨੂੰ ਤੰਦਰੁਸਤੀ ਚੰਗਾਈ ਬਖਸ਼ੇ ਆਮੀਨ ਹਾਲੇਲੂਇਆ ਸਲਾਮੇ ਮਰੀਮ ਫਜਨਾ ਪਰੀ ਖੁਦਾਵੰਦ ਤੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਾਨੇ ਨਾਲ ਤਾਨਾ ਤੇਰੇ ਪੇਟ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਬਾ ਬੇਟਾ ਤਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ ਆਮੀਨ ਐ ਮੇਨੇਤ ਮੇਵਾ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਿਕ ਦੀ ਤੋਂ ਸਾਨੂੰ ਬਚਾ ਸਭ ਰੂਹਾਂ ਨੂੰ ਸੁਰਗਲ ਖਿੱਚ ਲੈ ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ ਆਮੀਨ ਹਾਲੇਲੂਇਆ ਧੰਨਵਾਦ ਯਿਸੂ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦਇਆ ਤੇ ਸ਼ਾਂਤੀ परमेश्वर का प्यार पवित्र आत्मा संगत साडे सब भैन भरावां दे नाल होवे आमीन गॉड ब्लेस यू बाप बेटा तिरुपा नाम ते आमीन।